ਕਰਨਹਾਰ ਪ੍ਰਮਾਤਮਾ ਜੀ ਦੇ ਜੋਤ ਜੁਗਤ ਦੇ ਵਾਰਸ, ਮਾਨਵਤਾ ਦੇ ਸਚਿਆਰ ਰਹਿਬਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਨੂੰ ਹਿਰਦੇ 'ਚ ਥਾਂ ਦਿੰਦਿਆਂ ਆਓ ਸਾਰੇ ਅਦਬ ਨਾਲ ਗੁਰੂ ਫਤਿਹ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਧੰਨ ਗੁਰੂ ਨਾਨਕ ਜਿਨ੍ਹਾਂ ਦਾ ਜੀਵਨ ਆਪਾਂ ਪਿਛਲੇ ਲੰਮੇ ਅਰਸੇ ਤੋਂ ਦੇਖਦੇ ਆਏ ਹਾਂ, ਉਹਨਾਂ ਦੇ ਜੀਵਨ ਦਾ ਪ੍ਰਭਾਵ ਸੰਸਾਰ ਦੇ ਕਿਹੜੇ ਥਾਂ ਉੱਤੇ ਨਹੀਂ ਪਿਆ। ਬਹੁਤ ਜ਼ਿਆਦਾ ਸਮਾਜ ਦੇ ਵਿੱਚ ਉਹਨਾਂ ਦਾ ਥਾਂ ਪ੍ਰਭਾਵ ਰੱਬ ਦੀ ਬਰਕਤ ਤੇ ਬਖਸ਼ਿਸ਼ ਦੁਆਰਾ ਸਮਾਜ ਦੇ ਉੱਤੇ ਪੈਂਦਾ ਹੈ। ਵੱਡੀਆਂ ਵੱਡੀਆਂ ਸ਼ਖਸੀਅਤਾਂ ਉਹ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਜਿਹੜਾ ਦੈਵੀ ਪ੍ਰਭਾਵ ਹੈ, ਅਲੌਕਿਕ ਪ੍ਰਭਾਵ ਹੈ, ਉਹਦੇ ਅੱਗੇ ਸਭ ਸਿਰ ਨਿਵਾਉਂਦੇ ਨੇ। ਸਾਰਿਆਂ ਦਾ ਸਿਰ ਝੁਕਦਾ ਹੈ, ਸਾਰਿਆਂ ਦੇ ਹਿਰਦੇ ਅੰਦਰੋਂ ਗੁਰੂ ਨਾਨਕ ਜੀ ਦੀ ਵਡਿਆਈ ਉਜਾਗਰ ਹੁੰਦੀ। ਹੁਣ ਸਾਖੀ 'ਚ ਲਿਖਿਆ ਮਿਲਦਾ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਇਹ ਸਾਖੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਾਡੇ ਤੱਕ ਪਹੁੰਚਾਇਆ ਹੈ। ਉਹਨਾਂ ਨੇ ਗੁਰੂ ਨਾਨਕ ਚਮਤਕਾਰ ਦੇ ਅੰਦਰ ਇਹ ਸਾਖੀ ਬਹੁਤ ਖੂਬਸੂਰਤ ਕੀਤੀ। ਆਪਾਂ ਕਿਉਂਕਿ ਸਾਖੀ ਕਰ ਰਹੇ ਹਾਂ, ਹਰ ਰੋਜ਼ ਇੱਕ ਸਾਖੀ ਦੀ ਗੱਲ ਚਲਾ ਰਹੇ ਹਾਂ ਤੇ ਆਪ ਜੀ ਸਾਰੇ ਸੁਣਨ ਦਾ ਯਤਨ ਕਰ ਰਹੇ ਹੋ। ਦਾਸ ਦੀ ਬੇਨਤੀ ਰਹੇਗੀ, ਪਹਿਲਾਂ ਵੀ ਕੀਤੀ ਸੀ, ਦੁਬਾਰਾ ਦੁਹਰਾ ਦਿੰਦੇ ਹਾਂ ਕਿ ਘੱਟੋ ਘੱਟ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਸਮਝਣ ਦੇ ਲਈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਲਿਖਿਆ ਗੁਰੂ ਨਾਨਕ ਚਮਤਕਾਰ ਜੋ ਹੈ, ਇਹਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਬੱਚਿਆਂ ਦੇ ਨਾਲ ਬਹਿ ਕੇ ਪੜ੍ਹਨਾ ਚਾਹੀਦਾ ਹੈ, ਪਰਿਵਾਰ ਦੇ ਸਾਰੇ ਜੀਆਂ ਨੂੰ ਇਕੱਠੇ ਹੋ ਕੇ ਪੜ੍ਹਨਾ ਚਾਹੀਦਾ। ਹੁਣ ਸ਼ੇਖ ਬ੍ਰਹਮ ਜੀ ਨੇੜੇ ਜਾ ਕੇ ਬੈਠੇ, ਇੱਥੇ ਗੱਲ ਹੋਰ ਵੀ ਲਿਖੀ ਮਿਲਦੀ ਹੈ। ਮਰੀਜ਼ ਚਾਹੁੰਦੇ ਸੀ ਕਿ ਇਹਨਾਂ ਨੂੰ ਕਿਸੇ ਪਾਲਕੀ 'ਚ ਬਿਠਾ ਕੇ ਖੜੀਏ, ਕਿਸੇ ਬਹੁਤ ਸਾਰਾ ਅਦਬ ਦੇ ਕੇ ਲੈ ਕੇ ਜਾਈਏ, ਪਰ ਸ਼ੇਖ ਬ੍ਰਹਮ ਜੀ ਨਿਮਰਤਾ ਨਿਰਮਾਨਤਾ ਦੇ ਜਲਾਉ ਨੂੰ ਉਹ ਪ੍ਰਗਟ ਕਰਨ ਦੇ ਲਈ ਉਹਨਾਂ ਕੋਲ ਚੇਤਨਾ ਖੁਦਾ ਜੀ ਦੀ, ਵਾਹਿਗੁਰੂ ਜੀ ਦੀ, ਨਿਰੰਕਾਰ ਜੀ ਦੀ ਉਹਨਾਂ ਦੇ ਕੋਲ ਹੈ। ਸੋ ਬੜੇ ਨਿਮਰ ਭਾਵ ਵਿੱਚ, ਬਹੁਤ ਅਦਬੀ ਭਾਵ ਦੇ ਵਿੱਚ, ਬਹੁਤ ਗੁਰਦੇਵ ਜੀ ਨੂੰ ਅਦਬ ਨੂੰ ਅੰਦਰ ਵਸਾ ਕੇ ਟਿਕਾ ਕੇ ਲੈ ਕੇ ਹੁਣ ਇੱਥੇ ਗੁਰਦੇਵ ਜੀ ਦੇ ਕੋਲ ਆਉਂਦੇ ਨੇ। ਤੇ ਸਾਖੀ 'ਚ ਇਹ ਵੀ ਲਿਖਿਆ ਮਿਲਦਾ ਹੈ, ਧੰਨ ਗੁਰਦੇਵ ਸੱਚੇ ਪਾਤਸ਼ਾਹ ਇਹੋ ਜਿਹੀਆਂ ਰੰਗ ਰਤੀਆਂ ਰੂਹਾਂ ਦੇ ਬਹੁਤ ਕਦਰਦਾਨ ਨੇ। ਉਹ ਜਾਣਦੇ ਨੇ ਕਿ ਇਹ ਜਿਹੜੀਆਂ ਖੁਦਾ ਦੇ ਰਸ ਵਿੱਚ ਪਰੋਤੀਆਂ ਪਈਆਂ ਰੂਹਾਂ ਨੇ, ਜਿਨ੍ਹਾਂ ਨੇ ਜ਼ਿੰਦਗੀ ਨੂੰ ਸਾਧਨਾ ਦਾ ਹਿੱਸਾ ਬਣਾ ਲਿਆ, ਇਹ ਖੁਦਾ ਵਾਲੇ ਪਾਸੇ ਆਪਣੇ ਧਿਆਨ ਨੂੰ ਮੋੜੇ। ਇਹਨਾਂ ਦਾ ਅਦਬ ਕਰਨਾ ਚਾਹੀਦਾ, ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਆਪਾਂ ਗੁਰਬਾਣੀ ਦੇ ਵਿੱਚ ਵੀ ਪਾਵਨ ਪਿੱਤਰ ਬਚਨ ਦੇਖਦੇ ਹਾਂ ਕਿ ਤੈਂ ਸਾਹਿਬ ਕੀ ਬਾਤ ਜੋ ਆਖੇ ਕਹੋ ਨਾਨਕ ਕਿਆ ਦੀਜੈ। ਜਿਹਨੂੰ ਸਾਹਿਬ ਦੀ ਗੱਲ, ਪਰਮਾਤਮਾ ਦੀ ਗੱਲ, ਵਾਹਿਗੁਰੂ ਦੀ ਗੱਲ, ਨਿਰੰਕਾਰ ਦੀ ਗੱਲ ਕਰਨੀ ਆ ਜਾਏ, ਉਹਨੂੰ ਕਿਸ ਤਰ੍ਹਾਂ ਦਾ ਅਦਬ ਦੇਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਸਤਿਕਾਰ ਦੇਣਾ ਚਾਹੀਦਾ ਹੈ, ਕਿਵੇਂ ਉਹਨਾਂ ਨੂੰ ਜੀ ਆਇਆਂ ਕਹਿਣਾ ਬਣਦਾ ਹੈ, ਇਹ ਗੱਲ ਗੁਰਬਾਣੀ ਦੇ ਵਿੱਚ ਵੀ ਸਾਨੂੰ ਮਿਲਦੀ। ਹੁਣ ਗੁਰਦੇਵ ਜੀ ਨੇ ਆਏ ਹੋਏ ਆਪਣੇ ਮਹਿਮਾਨ ਸ਼ੇਖ ਬ੍ਰਹਮ ਜੀ ਨੇ ਬਹੁਤ ਅਦਬੀ ਭਾਵਨਾ ਨਾਲ, ਬੜੀ ਸਤਿਕਾਰਤ ਭਾਵਨਾ ਨਾਲ ਇਹਨਾਂ ਨੂੰ ਜੀ ਆਇਆਂ ਕਿਹਾ। ਇਹਨਾਂ ਨੂੰ ਜੀਉ ਆਇਆਂ ਕਿਹਾ, ਆਇਆਂ ਨੂੰ ਬੜਾ ਅਦਬ ਦਿੱਤਾ ਹੈ, ਬੜਾ ਸਤਿਕਾਰ ਪੇਸ਼ ਕੀਤਾ ਹੈ। ਬਹੁਤ ਜ਼ਿਆਦਾ ਗੁਰਦੇਵ ਜੀ ਨੇ ਇਹਨਾਂ ਨੂੰ ਆਦਰ ਭਾਵ ਦੇ ਕੇ
अपनी निग थां दिती है। इत्थे हुण गुरदेव सच्चे पातशाह जी दे कोलों शेख ब्रह्म जी जिहड़ा सवेरे इन्हां दे शागिर्द ने श्लोक सुनिया ते याद कीता, उन्होंने अगे रख के चर्चा छेड़ लेंदे ने कि तुसी वाकई बहुत प्यारी बात कही है। तुसी अपने कलाम दे अंदर ए जिहड़ी एक रब दे पैदा करने वाली गल, रचनहार वाली गल, सिरजनहार की गल कीती है, ये बात बहुत बाकमाल है। हुण गुरदेव जी ते आए खुदाई सुनेहा देण वास्ते, उन्हां दा बोलना, उन्हां दा ज्ञान की गल सांझी करनी बड़ा अचनचेती, बड़ा सह सुभाअ, बड़ा निमरता निर्माणता के खेते च रहिंदियां ये जिहड़ा उन्हां वल्लों परोपकार कीता जा रहा, ज्ञान वंडिया जा रहा है, वो गुरदेव जी उस अदबी भावना नाल अपनी जिम्मेवारी के प्रति सजग। हुण संवाद शुरू हो जाता है, चर्चा शुरू हो जाती कि तुसी बहुत वधिया ढंग नाल परवरदिगार दा, खुदा जी दा, अल्लाह ताला जी दा जो तुसी यह बात कही है, आपे पट्टी कलम आप ऊपर लेख भी तू, ये बहुत कमाल दी है, ये बहुत कमाल दी है। परमात्मा हर पक्ष तो आप ही आप है, पट्टी भी आप है, कलम भी आप है, लिखनहार भी आप है। इस तरह का ज्ञानमयी समझ जिहड़ी है अगे गई। गुरदेव जी ने इन्हां नाल चर्चा करदे एक ओंकार की बात, एक ओंकार की महत्ता की बात बहुत खूबसूरत ढंग नाल सहज विच, अडोलता विच गुरदेव जी ने इन्हां नूं दसी है। इन्होंने बड़े गौर नाल सुनिया है, प्रभाव कबूलिया है। ये चर्चा लम्मा समा चलती रहिंदी है तो चर्चा करने तो बाद ये अपने टिकाने वाले पासे परतना चाहते ने, मन तो नहीं करता। हुण गुरदेव सच्चे पातशाह जी ने जोदड़ी करते हैं, आओ तुसी साडे नाल चलो, जिथे साडा टिकाणा है वो टिकाणे नूं तुसीं अपना टिकाणा बना लो। गुरदेव पातशाह जी बिल्कुल खामोश, तो गुरदेव जी का आला दुआला जिथे बैठे ने परमेश्वरी ज्ञान दियां धुनां नाल रस भरिया, संगीत भरिया अपना प्रभाव जिहड़ा है वो बाहर कढ रहे। लम्बे अरसे तो बाद गलबात करने तो बाद शेख ब्रह्म जी आग्ञा लेंदे ने। आग्ञा लैके अपने आसन परतते ने गुरदेव जी नाल जान वाली गल नूं ये कह के स्वीकार नहीं किया कि असीं इत्थे बड़े सुखी हाँ, असीं इत्थे बड़े सुखी हाँ। हालांकि इत्थे सुख सहूलतां की बड़ी घाट है, पर उसके बावजूद क्योंकि जिहड़ा ज्ञान की गल है, रबी विचार की गल है, रबी सिद्धांत की परख की गल है, तो फिर जब इस तरह की अवस्था इस तरह की है तो वो जिहड़ी गल है वो दूजे के उत्ते बहुत बड़ा असर करती। गुरदेव जी इत्थे बड़े संतुष्ट ने। उन्होंने तो बाणी के दूजे जामिया च उचारण किए हुए शब्द मिल जाते हैं कि जिथे नाम जपीए प्रभ प्यारे से अस्तल सोन चुबारे, जिथे नाम न जपीए मेरे गोइंदा सोई नगर उजाड़ी च। सो धन गुरु नानक पातशाह ये शेख ब्रह्म जी की जिंदगी के अंदर एक रब का, एक परमात्मा जी का, एक करता पुरख जी का जो विचार है वो सांझ पा के
इन्हां नूं बहुत संतुष्टि दे के ये अपने आसन ते आ गए। हुण अगे बात किवें चलेगी, अगली बात नूं आपां साखी दे अगले हिस्से च विचारांगे। भुल्लां लई खिमा बख्शो। वाहिगुरू जी का खालसा, वाहिगुरू।